ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ। ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਹਥਿਆਰਾਂ ਦੇ ਵਪਾਰੀ ਆਏ ਦਿਨ ਅਮੀਰ ਹੁੰਦੇ ਜਾ ਰਹੇ ਹੈ ਤੇ ਉਹਨਾਂ ਹਥਿਆਰਾਂ ਦੇ ਨਾਲ ਕਿਸ ਤਰ੍ਹਾਂ ਸਾਡੇ ਸਾਰੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੀ ਹਿੰਸਾ ਫੈਲ ਰਹੀ ਹੈ ਔਰ ਕਿਸ ਤਰ੍ਹਾਂ ਜਿਹੜਾ ਬੱਚਿਆਂ ਦਾ ਭਵਿੱਖ ਹੈ ਉਹ ਵੀ ਦਾਅ ਤੇ ਲੱਗ ਰਿਹਾ। ਅਸੀਂ ਦੇਖਿਆ ਪਿਛਲੇ ਦਿਨਾਂ 'ਚ ਅਮਰੀਕਾ ਦੇ ਅੰਦਰ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚ ਨੌਜਵਾਨ ਆਪੋ ਆਪਣੇ ਹਥਿਆਰ ਲੈ ਕੇ ਕਿਸ ਤਰ੍ਹਾਂ ਸਕੂਲਾਂ 'ਚ ਜਾ ਕੇ, ਕਲੱਬਾਂ 'ਚ ਜਾ ਕੇ, ਹੋਰ ਜਨਤਕ ਥਾਵਾਂ ਤੇ ਜਾ ਕੇ ਆਪਣੇ ਹਥਿਆਰ ਚਲਾ ਕੇ ਤੇ ਬਹੁਤ ਸਾਰੀਆਂ ਜਾਨਾਂ ਲੈਂਦੇ ਰਹੇ, ਕਈ ਜ਼ਖਮੀ ਹੁੰਦੇ ਰਹੇ। ਇਹ ਸਾਰਾ ਇੱਕ ਵਰਤਾਰਾ ਜਿਹੜਾ ਇਹ ਇਕੱਲੇ ਅਮਰੀਕਾ 'ਚ ਨਹੀਂ ਬਾਕੀ ਥਾਵਾਂ ਤੇ ਵੀ ਵਾਪਰਿਆ। ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਖਾਸ ਕਰਕੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਖਾਸ ਜਿਹੜੀ ਘਟਨਾ ਵਾਪਰੀ ਪਿਛਲੇ ਦਿਨੀ, ਸਿੱਧੂ ਮੂਸੇਵਾਲਾ ਦਾ ਜਿਸ ਢੰਗ ਨਾਲ ਕਤਲ ਕੀਤਾ ਗਿਆ, ਉਸ ਗਾਇਕ ਨੂੰ ਜਿਸ ਢੰਗ ਨਾਲ ਮਾਰਿਆ ਗਿਆ, ਉਸ ਨੇ ਕਈ ਤਰ੍ਹਾਂ ਦੇ ਸਵਾਲ ਨਵੇਂ ਇੱਥੇ ਪੰਜਾਬ 'ਚ ਵੀ ਖੜੇ ਕੀਤੇ ਕਿ ਜਿਹੜੀ ਬੰਦੂਕ ਦੀ ਹਿੰਸਾ ਹੈ ਉਹ ਕਿਸ ਤਰ੍ਹਾਂ ਸਾਡੇ ਸਮਾਜ ਦੇ ਅੰਦਰ ਮਾੜੇ ਅਸਰ ਪਾ ਰਹੀ ਹੈ, ਕਿਸ ਤਰ੍ਹਾਂ ਲੋਕਾਂ ਦੇ ਅੰਦਰ ਖੌਫ ਪੈਦਾ ਕਰ ਰਹੀ ਹੈ, ਕਿਸ ਤਰ੍ਹਾਂ ਲੋਕਾਂ ਨੂੰ ਮਾਨਸਿਕ ਜਿਹੜਾ ਰੋਗੀ ਬਣਾ ਰਹੀ ਹੈ। ਇਹ ਸਾਰੀਆਂ ਜਿਹੜੀਆਂ ਅੱਜ ਦੇ ਵਰਤਾਰੇ ਹੈ ਔਰ ਖਾਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਦੇ ਅੰਦਰ ਕਿਸ ਕਿਸ ਤਰ੍ਹਾਂ ਦੇ ਜਿਹੜੇ ਨੌਜਵਾਨ ਭਰੇ ਹੈ ਔਰ ਉਹ ਨੌਜਵਾਨ ਕਿਸ ਤਰ੍ਹਾਂ ਉਹ ਹਥਿਆਰ ਚੱਕੀ ਫਿਰਦੇ ਹੈ। ਜਿਹੜੇ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਨੇ ਲਗਾਤਾਰ ਆਪਣੀ ਪ੍ਰੋਡਕਸ਼ਨ ਪਿਛਲੇ ਸਮੇਂ 'ਚ ਵਧਾਈ ਹੈ, ਉਤਪਾਦਨ ਵਧਿਆ, ਉਹਨਾਂ ਦੇ ਮੁਨਾਫੇ ਵੀ ਵਧੇ ਹੈ ਤੇ ਇਸ ਵੇਲੇ ਇੱਕ ਅਧਿਐਨ ਦੇ ਅਨੁਸਾਰ ਸਮੁੱਚੇ ਸੰਸਾਰ ਦੇ ਅੰਦਰ 100 ਦੇ ਕਰੀਬ ਵੱਡੀਆਂ ਕੰਪਨੀਆਂ ਜਿਹੜੀਆਂ 531 ਬਿਲੀਅਨ ਡਾਲਰ ਦਾ ਜਿਹੜਾ ਹਥਿਆਰਾਂ ਦਾ ਵਪਾਰ ਕਰਦੀਆਂ, ਉਹਦੇ 'ਚ ਛੋਟੇ ਹਥਿਆਰ ਵੀ ਨੇ, ਉਹਦੇ 'ਚ ਵੱਡੇ ਹਥਿਆਰ ਵੀ ਨੇ ਤੇ ਹੁਣ ਵੀ ਅਸੀਂ ਰੂਸ ਯੂਕਰੇਨ ਜੰਗ ਦੇ ਸਮੇਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਹਥਿਆਰਾਂ ਦੇ ਵਪਾਰੀਆਂ ਦੀ ਚਾਂਦੀ ਹੋ ਰਹੀ ਹੈ। ਇਹ ਸਾਰੀ ਸਥਿਤੀ ਉੱਤੇ ਚਰਚਾ ਕਰਨ ਦੇ ਲਈ ਕਿ ਬੰਦੂਕ ਦੀ ਹਿੰਸਾ ਸਾਡੇ ਸਮਾਜ ਲਈ, ਸਾਡੇ ਲੋਕਾਂ ਲਈ, ਸਾਡੇ ਨੌਜਵਾਨਾਂ ਲਈ ਕੀ ਜਿਹੜੇ ਹੈ ਬਿਮਾਰੀਆਂ ਲੈ ਕੇ ਆਉਂਦੀ ਹੈ ਤੇ ਕੀ ਉਹਨਾਂ ਦੇ ਮਾੜੇ ਅਸਰ ਉਹਨਾਂ ਤੇ ਪੈਂਦੇ ਆ। ਇਸ ਦੇ ਲਈ ਸਾਰੀ ਇਸ ਸਥਿਤੀ ਤੇ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਜੁੜੇ ਨੇ ਡਾਕਟਰ ਅਰਨ ਮਿੱਤਰਾ ਜੀ, ਜਿਹੜੇ ਕਿ ਕੌਮਾਂਤਰੀ ਪੱਧਰ ਤੇ ਜਿਹੜੀਆਂ ਡਾਕਟਰਸ ਦੀਆਂ ਸੰਸਥਾਵਾਂ, ਜਥੇਬੰਦੀਆਂ, ਉਹਨਾਂ ਦੇ ਵਿੱਚ ਸਰਗਰਮੀ ਨਾਲ ਕੰਮ ਕਰਦੇ ਆ ਔਰ ਖਾਸ ਕਰਕੇ ਇੰਟਰਨੈਸ਼ਨਲ ਫਿਜ਼ੀਸ਼ੀਅਨ ਫਾਰ ਦਾ ਪ੍ਰੀਵੈਂਸ਼ਨ ਆਫ ਨਿਊਕਲੀਅਰ ਵਾਰ ਵਰਗੀ ਜਿਹੜੀ ਜਥੇਬੰਦੀ ਹੈ, ਜਿਹੜੀ ਸੰਸਾਰ ਪੱਧਰ ਦੇ ਉੱਪਰ ਜਿਸ ਦੇ ਵੱਖ-ਵੱਖ ਦੇਸ਼ਾਂ ਦੇ ਅੰਦਰ ਯੂਨਿਟ ਨੇ ਔਰ ਉਸ ਨੇ ਪਿਛਲੇ ਲੰਮੇ ਸਮੇਂ 'ਚ ਇਸ ਦੇ ਖੇਤਰ ਦੇ ਵਿੱਚ ਲੋਕਾਂ ਜਾਗਰੂਕਤਾ ਪੈਦਾ ਕਰਨ ਲਈ ਵੱਡਾ ਕੰਮ ਕੀਤਾ, ਉਸ ਨਾਲ ਉਹ ਜੁੜੇ ਹੋਏ ਨੇ। ਇਹ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਧੰਨਵਾਦ ਜੀ ਜੰਡੂ ਜੀ, ਬਹੁਤ ਬਹੁਤ ਧੰਨਵਾਦ। ਇਸ ਵਿਸ਼ੇ ਤੇ ਤੁਸੀਂ ਅੱਜ ਚਰਚਾ ਕਰ ਰਹੇ ਹੋ। ਆਮ ਤੌਰ ਤੇ ਇਸ ਕਿਸਮ ਦੇ ਵਿਸ਼ੇ ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਪਰ ਤੁਸੀਂ ਇਸ ਵਿਸ਼ੇ ਨੂੰ ਲਿਆ, ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ। ਧੰਨਵਾਦ। ਡਾਕਟਰ ਸਾਹਿਬ, ਜਿਹੜੀ ਇਹ ਸਾਰੀ ਸਥਿਤੀ ਬਣੀ ਹੈ, ਖਾਸ ਕਰਕੇ ਜਦੋਂ ਅਸੀਂ ਜੇ ਇਸ ਨੂੰ ਪੰਜਾਬ ਦੇ ਸੰਦਰਭ ਚ ਦੇਖੀਏ ਤਾਂ ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨਾਂ 'ਚ ਇੱਕ ਲੇਖ ਵੀ ਲਿਖਿਆ ਹੈ ਔਰ ਉਹਦੇ ਵਿੱਚ ਸਿੱਧੂ ਮੂਸੇਵਾਲੇ ਦੀ ਕਤਲ ਦੀ ਜਿਹੜੀ ਘਟਨਾ ਹੈ, ਉਸਨੇ ਪੰਜਾਬ ਦੇ ਅੰਦਰ ਵੀ ਬੰਦੂਕ ਹਿੰਸਾ ਦਾ ਜਿਹੜਾ ਇੱਕ ਕਲਚਰ ਪੈਦਾ ਹੋ ਰਿਹਾ, ਇੱਕ ਸੱਭਿਆਚਾਰ ਪੈਦਾ ਹੋ ਰਿਹਾ, ਉਸ ਦੇ ਕਿੰਨੇ ਖਤਰਨਾਕ ਨਤੀਜੇ ਹੋ ਸਕਦੇ ਆ। ਦੁਨੀਆ ਭਰ ਦੇ ਵਿੱਚ ਤਾਂ ਵਾਪਰ ਹੀ ਰਿਹਾ, ਚਾਹੇ ਯੂਕਰੇਨ ਹੈ, ਚਾਹੇ ਅਮਰੀਕਾ ਦੇ ਅੰਦਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ, ਹੋਰ ਵੀ ਯੂਰਪੀਅਨ ਕੰਟਰੀ ਵਿੱਚ ਇਸ ਤਰ੍ਹਾਂ ਦੇ ਭਾਣੇ ਵਾਪਰਦੇ ਆ। ਤੇ ਤੁਸੀਂ ਕੀ ਸਮਝਦੇ ਹੋ ਕਿ ਇਸ ਦੇ ਕੀ ਕਾਰਨ ਨੇ ਪੈਦਾ ਹੋਣ ਦੇ ਔਰ ਕਿਹੜੀਆਂ ਇਹਦੇ ਮਾੜੇ ਅਸਰ ਜਿਹੜੇ ਆ ਸਮਾਜ ਤੇ ਪੈ ਰਹੇ ਆ ਤੇ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਉਹਦੇ ਤੇ ਪੈ ਰਹੇ? ਦੇਖੋ ਜੀ, ਪੰਜਾਬ ਇਹ ਮੋਟੇ ਤੌਰ ਤੇ ਸ਼ਾਂਤੀ ਪ੍ਰਿਯ ਸੂਬਾ ਹੈ। ਹਿੰਸਾ ਪੰਜਾਬ ਦੇ ਵਿੱਚ ਤੁਸੀਂ ਅਧਿਐਨ ਕਰਕੇ ਦੇਖ ਲਓ, ਦੇਸ਼ ਦੇ ਹੋਰ ਸੂਬਿਆਂ ਨਾਲੋਂ ਕਿਤੇ ਘੱਟ ਹੈ ਜਿਸ ਕਿਸਮ ਦੀ ਹਿੰਸਾ ਹੁਣ ਹੋ ਰਹੀ ਹੈ।
ਇਹ ਠੀਕ ਹੈ ਵੀ 1980ਵਿਆਂ ਦੇ ਵਿੱਚ ਅੱਤਵਾਦ ਸੀ, ਪਰ ਪੰਜਾਬੀਆਂ ਨੇ ਆਪਣੀ ਸਦਭਾਵਨਾ ਦੇ ਨਾਲ, ਆਪਣੀ ਸੂਝ-ਬੂਝ ਦੇ ਨਾਲ ਉਸ ਅੱਤਵਾਦ ਨੂੰ ਮੁਕਾ ਦਿੱਤਾ ਤੇ ਅਮਨ ਪਸੰਦ ਪੰਜਾਬ ਫੇਰ ਚੱਲ ਬਣਿਆ। ਤੇ ਹੁਣ ਜੋ ਹਿੰਸਾ ਹੋ ਰਹੀ ਹੈ ਇਹ ਬਹੁਤ ਦੁਖਦਾਈ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਕਿਸਮ ਦੀਆਂ ਘਟਨਾਵਾਂ ਹੋ ਰਹੀਆਂ ਸਨ, ਪਰ ਇਹ ਜੋ ਮੂਸੇਵਾਲਾ ਦੀ ਘਟਨਾ ਹੋਈ ਹੈ ਬਹੁਤ ਦੁਖਦਾਈ ਹੈ ਕਿ ਇੱਕ ਨੌਜਵਾਨ ਲੜਕਾ 28 ਸਾਲ ਦਾ ਉੱਭਰਦਾ ਹੋਇਆ ਗਾਇਕ, ਉਹਦੇ ਨਾਲ ਕੋਈ ਸਹਿਮਤ ਹੋਏ ਜਾਂ ਨਾ ਹੋਏ, ਪਰ ਉਸ ਨੂੰ ਇਸ ਤਰੀਕੇ ਨਾਲ ਮਾਰ ਦੇਣਾ ਇਹ ਬਹੁਤ ਹੀ ਮਾੜੀ ਘਟਨਾ ਹੈ। ਇਹ ਇੱਕ ਬੜੇ ਖਤਰੇ ਦੀ ਘੰਟੀ ਦੀ, ਕਿਉਂਕਿ ਜਿਸ ਦੋ ਗੱਲਾਂ ਤੋਂ ਖਤਰੇ ਦੀ ਘੰਟੀ ਹੈ, ਜਿਸ ਕਿਸਮ ਦੇ ਹਥਿਆਰ ਇੱਕ 94 ਕਿਹਾ ਜਾਂਦਾ ਵੀ ਉੱਥੇ ਵਰਤੀ ਗਈ, ਛੋਟੇ ਜਿਹੇ ਬੱਚਾ 18 ਸਾਲ ਦਾ ਉੱਥੇ ਸਭ ਤੋਂ ਵੱਧ ਗੋਲੀਆਂ ਚਲਾਉਂਦਾ ਹੈ, ਤੇ ਕਿੰਨੀ ਉਹਨਾਂ ਦੀ ਯੋਜਨਾ ਹੁੰਦੀ ਹੈ, ਬੜੀ ਮੈਟੀਕੂਲਸ ਪਲੈਨਿੰਗ, ਕਿ ਉਹ ਘਰੋਂ ਨਿਕਲਿਆ ਤੇ ਉਹਨੂੰ ਨਾਲ ਦੀ ਨਾਲ ਉਹਦੇ ਪਿੱਛਾ ਕਰਕੇ ਉਹਨੂੰ ਮਾਰ ਦਿੱਤਾ ਗਿਆ। ਹਾਲਾਂਕਿ ਕਿਸੇ ਨੂੰ ਕੀ ਪਤਾ ਹੁੰਦਾ ਵੀ ਕਿਸਨੇ ਘਰੋਂ ਕਦੋਂ ਨਿਕਲਣਾ ਹੈ, ਪਰ ਅੰਦਰੋਂ ਹੀ ਕੁਛ ਨਾ ਕੁਛ ਇਹ ਜੋ ਬੜੀ ਸਾਜ਼ਿਸ਼ ਚੱਲੀ, ਇਹ ਬਹੁਤ ਹੀ ਖਤਰੇ ਦੀ ਘੰਟੀ ਹੈ। ਅੱਜ ਵੀ ਇੱਕ ਇਨਕਾਊਂਟਰ ਦੀ ਖਬਰ ਆਈ ਹੈ ਕਿ ਇਨਕਾਊਂਟਰ ਹੋਇਆ ਅੰਮ੍ਰਿਤਸਰ 'ਚ ਗੈਂਗਸ ਦੇ ਨਾਲ ਪੁਲਿਸ ਦਾ। ਸੋ ਗੈਂਗਸ ਦਾ ਉੱਭਰਨਾ ਪੰਜਾਬ ਦੇ ਵਿੱਚ, ਮੈਂ ਸਮਝਦਾ ਕਿ ਇਹ ਜੋ ਗੈਂਗ ਨੇ ਜ਼ਿਆਦਾਤਰ ਨਸ਼ਾ ਤਸਕਰਾਂ ਨਾਲ ਜੁੜੇ ਹੋਏ ਨੇ ਜਾਂ ਹੋਰ ਜੋ ਮਾਫੀਆਨ ਹੈ ਉਹਨਾਂ ਨਾਲ ਜੁੜੇ ਹੋਏ ਨੇ। ਕੱਲ ਦੀ ਖਬਰ ਉਹ ਵੀ ਸੁਣੀ ਕਿ ਹਰਿਆਣਾ ਦੇ ਵਿੱਚ ਇੱਕ DSP ਨੂੰ, ਜੋ ਕਿ ਨਜਾਇਜ਼ ਖਾਨਾ ਦੀ ਜੋ ਖੁਦਾਈ ਹੋ ਰਹੀ ਸੀ ਉਧਰ ਗਿਆ, ਜੋ ਵੀ ਖਨਨ ਕਰ ਰਹੇ ਸੀ, ਉਸ ਨੂੰ ਕੁਚਲ ਕੇ ਮਾਰ ਦਿੱਤਾ ਗਿਆ। ਇਸ ਕਿਸਮ ਦਾ ਇਹ ਜੋ ਵਰਤਾਰੇ ਹਨ ਇਹ ਵੱਧ ਰਹੇ ਹਨ। ਹਿੰਸਾ ਦੀ ਰੁਚੀ ਦਾ ਵਧਣਾ ਤੇ ਫਿਰ ਉਹਨਾਂ ਨੂੰ ਅਸਲੇ ਦੀ ਸਪਲਾਈ ਹੋਣਾ, ਅਤੀ ਜੋ ਗੰਭੀਰ ਕਿਸਮ ਦੇ ਅਸਲੇ ਲੋਕਾਂ ਦੇ ਬੱਚਿਆਂ ਦੇ ਹੱਥ ਵਿੱਚ ਆ ਜਾਣੇ, ਇਹ ਬਹੁਤ ਹੀ ਇੱਕ ਗੰਭੀਰ ਮਸਲਾ ਹੈ। ਇਸ ਦੇ ਵਾਸਤੇ ਚਿੰਤਨ ਕਰਨ ਦੀ ਲੋੜ ਹੈ ਕਿ ਅਸਲਾ ਇਹਨਾਂ ਨੂੰ ਆਂਦਾ ਕਿੱਥੋਂ ਹੈ, ਇਹ ਜਿਹਾ ਅਸਲਾ ਕਿੱਥੋਂ ਆ ਰਿਹਾ ਹੈ। ਸਰਕਾਰ ਤੇ ਅਸਲੇ ਖਰੀਦੇ ਦੂਸਰੇ ਦੇਸ਼ਾਂ ਤੋਂ ਮੰਨ ਲਿਆ, ਪਰ ਆਮ ਨਾਗਰਿਕ ਕੋਲ ਇਸ ਕਿਸਮ ਦਾ ਸੋਫਿਸਟੀਕੇਟਿਡ ਅਸਲਾ ਆਣਾ, ਗੈਰ ਕਾਨੂੰਨੀ, ਹਾਂ ਗੈਰ ਕਾਨੂੰਨੀ ਅਸਲਾ ਆਣਾ, ਇਹ ਬਹੁਤ ਹੀ ਗੰਭੀਰ ਵਿਸ਼ਾ ਹੈ। ਇਸ ਦੇ ਪਿੱਛੇ ਕਈ ਕੌਮਾਂਤਰੀ ਕਾਰਨ ਨੇ, ਜਿਸ ਤੇ ਮੈਂ ਚਾਹਾਂਗਾ ਕਿ ਚਰਚਾ ਹੋਣੀ ਚਾਹੀਦੀ ਹੈ ਕਿ ਇਹ ਜੋ ਇਹ ਕੌਮਾਂਤਰੀ ਤੌਰ ਤੇ ਕੰਪਨੀਆਂ ਹਨ ਐਸੀਆਂ। ਤੁਸੀਂ ਡਾਕਟਰ ਸਾਹਿਬ ਕੀ ਕਾਰਨ ਸਮਝਦੇ ਹੋ ਇਸ ਦੇ ਪਿੱਛੇ? ਕਿਉਂਕਿ ਅਸੀਂ ਦੇਖਿਆ ਹੈ ਕਿ ਪਿਛਲੇ ਲਗਭਗ ਜਿਹੜਾ ਇਹ ਸਾਲ ਸੀਗਾ, ਜਨਵਰੀ ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੌਜਵਾਨਾਂ ਦੇ ਕੋਲ ਹਥਿਆਰ ਸੀ ਉਹਨਾਂ ਨੇ ਕਿਸ ਤਰ੍ਹਾਂ ਜਾ ਕੇ ਬੇਰਹਿਮੀ ਦੇ ਨਾਲ ਸਕੂਲ ਦੇ ਵਿੱਚ ਬਾਕੀ ਥਾਵਾਂ ਤੇ ਗੋਲੀਆਂ ਚਲਾ ਕੇ ਤਾਂ ਲੋਕਾਂ ਨੂੰ ਮਾਰਿਆ, ਜ਼ਖਮੀ ਕੀਤਾ। ਇਹ ਕਿਸ ਮਾਨਸਿਕਤਾ ਦੀ ਨਿਸ਼ਾਨੀ ਹੈ? ਅਮਰੀਕਾ ਦੇ ਵਿੱਚ ਤੇ ਹਥਿਆਰ ਲੈਣ ਦੀ ਖੁੱਲ੍ਹ ਹੈ, ਕੋਈ ਪਾਬੰਦੀ ਨਹੀਂ ਹੈ, ਕੋਈ ਵੀ ਜਾ ਕੇ ਦੁਕਾਨਾਂ ਤੋਂ ਹਥਿਆਰ ਖਰੀਦ ਸਕਦਾ ਹੈ। ਅੱਜ ਉਸ ਬਾਰੇ ਵੀ ਅਮਰੀਕਾ ਵਿੱਚ ਵੀ ਬੜੀ ਚਿੰਤਾ, ਬੜੀ ਆਵਾਜ਼ ਉੱਠ ਰਹੀ ਹੈ, ਲੇਕਿਨ ਸਰਕਾਰ ਉਸ ਤੇ ਪਾਬੰਦੀ ਲਗਾ ਹੀ ਨਹੀਂ ਪਾ ਰਹੀ ਹੈ। ਲਗਾ ਨਹੀਂ ਪਾ ਰਹੀ ਹੈ ਮਤਲਬ ਇੱਛਾ ਸ਼ਕਤੀ ਨਹੀਂ ਹੈ ਜਾਂ ਉਹ ਦਬਾਅ ਹੇਠ ਹੈ, ਕਿਉਂਕਿ ਅਮਰੀਕਾ ਦੀ ਜਿਹੜੀ ਆਰਥਿਕਤਾ ਹੈ ਉਹ ਹਥਿਆਰਾਂ ਦੇ ਉੱਪਰ ਮੁਨਸਰ ਹੈ। ਹਥਿਆਰਾਂ ਦੇ ਕਾਰਖਾਨਿਆਂ ਤੋਂ ਅਮਰੀਕਾ ਨੂੰ ਬਹੁਤ ਮੁਨਾਫਾ ਹੁੰਦਾ ਹੈ। ਉਹਨਾਂ ਉਸ ਮੁਨਾਫੇ ਕਰਕੇ ਇਹ ਜੋ ਕੰਪਨੀਆਂ ਨੇ ਹਥਿਆਰ ਬਣਾਉਣ ਵਾਲੀਆਂ, ਇਹ ਪ੍ਰੈਸ਼ਰ ਪਾਉਂਦੀਆਂ ਸਰਕਾਰਾਂ ਤੇ। ਇਸ ਕਰਕੇ ਅਮਰੀਕਾ ਵਿੱਚ ਬਿਡਨ ਕਹਿੰਦਾ ਤੇ ਹੈ ਰਾਸ਼ਟਰਪਤੀ ਇਸ ਪੇ ਹੋਣਾ ਚਾਹੀਏ ਚਰਚਾ, ਪਰ ਹੋਇਆ ਕੀ? ਕੁਝ ਵੀ ਨਹੀਂ ਹੋਇਆ। ਅਮਰੀਕਾ 'ਚ ਇੰਨੀਆਂ ਵਾਰਦਾਤਾਂ ਹੋ ਗਈਆਂ, ਗੰਭੀਰ ਪ੍ਰਵਿਰਤੀ ਦੇ ਲੋਕ ਇਸ ਬਾਰੇ ਬਹੁਤ ਚਿੰਤਿਤ ਹਨ, ਪਰ ਉਹ ਰੁਕ ਨਹੀਂ ਰਿਹਾ। ਇਹੀ ਕੰਪਨੀਆਂ ਫਿਰ ਦੁਨੀਆ ਭਰ ਦੇ ਵਿੱਚ ਅਸਥਿਰਤਾ ਪੈਦਾ ਕਰਨ ਦੇ ਲਈ, ਆਪਣੇ ਉਹ ਇਹ ਜੋ ਅਖੌਤੀ ਜੋ ਡੈਮੋਕ੍ਰੇਸੀ ਲਿਆਉਣ ਦੇ ਲਈ, ਜਾਂ ਉੱਥੇ ਅੰਦਰੂਨੀ ਲੜਾਈਆਂ ਝਗੜੇ ਕਰਵਾਉਣ ਦੇ ਲਈ, ਇਹ ਹਥਿਆਰ ਗੈਰ ਕਾਨੂੰਨੀ ਤੌਰ ਤੇ ਜਿਹੜੇ ਗੈਰ ਸਰਕਾਰੀ ਸੰਗਠਨ ਹਨ ਉਹਨਾਂ ਨੂੰ ਸਪਲਾਈ ਕਰਦੀਆਂ ਹਨ। ਇਲੀਗਲ ਆਰਮਸ ਟ੍ਰੇਡ ਹੈ। ਇਹਦੇ ਉੱਪਰ ਆਰਮਸ ਟ੍ਰੇਡ ਟ੍ਰੀਟੀ ਵੀ ਕਈ ਦਫਾ ਹੋਈ ਹੈ,
ਉਹਨਾਂ ਟ੍ਰੀਟੀਜ਼ 'ਚ ਇਸ ਗੱਲ ਤੇ ਕਿਹਾ ਗਿਆ ਹੈ ਵੀ ਇਹਨਾਂ ਇਸ ਨੂੰ ਬੰਦ ਹੋਣਾ ਚਾਹੀਦਾ, ਇਲੀਗਲ ਆਰਮ ਜੋ ਹੈ ਇਹਦੀ ਸਪਲਾਈ ਨੂੰ। 2001 ਵਿੱਚ ਇੱਕ ਟ੍ਰੀਟੀ ਹੋਈ ਸੀ ਜਿਸ ਵਿੱਚ IPPNW ਨੇ ਬੜੇ ਜ਼ੋਰ ਨਾਲ ਆਪਣੇ ਪੁਆਇੰਟ ਰੱਖੇ ਸੀ ਕਿ ਜਦੋਂ ਹਥਿਆਰ ਵਰਤੇ ਜਾਂਦੇ ਹਨ, ਲੋਕ ਮਰਦੇ ਵੀ ਹਨ, ਲੋਕ ਮਤਲਬ ਜ਼ਖਮੀ ਵੀ ਹੋ ਸਕਦੇ ਹਨ। ਇੱਕ ਸਾਡੀ ਜਥੇਬੰਦੀ ਨੇ ਇੱਕ ਅਧਿਐਨ ਕੀਤਾ ਕਿ ਜੇ ਗੋਲੀ ਕਿਸੇ ਵਿਅਕਤੀ ਨੂੰ ਲੱਗ ਜਾਏ ਤਾਂ ਉਸ ਦੇ ਉੱਪਰ ਕੀ ਉਹਦਾ ਪ੍ਰਭਾਵ ਪੈਂਦਾ, ਉਹਦੇ ਕੀ ਪ੍ਰਭਾਵ ਪੈਂਦੇ ਨੇ ਉਸਦੇ ਪਰਿਵਾਰ ਤੇ ਵੀ। ਇਹ ਸਭ ਬਾਰੇ ਅਧਿਐਨ ਕੀਤਾ ਕਿ ਮਨੁੱਖੀ ਪ੍ਰਭਾਵ ਇਹਨਾਂ ਹਥਿਆਰਾਂ ਦੇ ਕੀ ਹਨ, ਅਤੇ ਇਸ ਬਾਰੇ ਪੇਪਰ ਵੀ ਲਿਖੇ ਕਈ ਥਾਂ ਤੇ ਜਾ ਕੇ। ਇਸ ਲਈ 2001 ਦੀ ਸੰਧੀ ਦੇ ਵਿੱਚ ਜੋ ਹੋਈ ਸੀ ਮੀਟਿੰਗ, ਪ੍ਰੋਗਰਾਮ ਆਫ ਐਕਸ਼ਨ ਬਾਈ ਦੀ ਯੂਐਨਓ ਦੁਆਰਾ ਕੀ ਐਕਸ਼ਨ ਕਾਰਜਕ੍ਰਮ ਬਣਾਇਆ ਜਾਏ ਉਸ ਤੇ। ਪਰ ਅੱਜ ਹੁਣ ਦੇਖੋ 21 ਸਾਲ ਤੋਂ ਬਾਅਦ ਵੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਇਸ ਦਾ ਮਤਲਬ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਇਹ ਬੜੇ ਹੀ ਸੋਫਿਸਟੀਕੇਟਿਡ ਹਥਿਆਰ ਜਿਹੜੇ ਬਣਾ ਰਹੀਆਂ ਹਨ, ਉਹਨਾਂ ਦਾ ਦਬਾਅ ਵੀ ਇੰਨਾ ਜ਼ਿਆਦਾ ਹੈ ਦੁਨੀਆ ਭਰ ਦੇ ਵਿੱਚ ਸਰਕਾਰਾਂ ਦੇ ਉੱਪਰ ਕਿ ਉਹ ਕਿਸੇ ਦੀ ਸੁਣਦੀਆਂ ਨਹੀਂ। ਇੰਨਾ ਠੀਕ ਹੈ, ਮੁਸ਼ਕਿਲ ਕਈ ਦਫਾ ਹੋ ਜਾਂਦਾ ਹੈ ਜੇ ਥੋੜਾ ਸਮਾਂ ਨਿਕਲ ਜਾਏ, ਪਰ ਜੇ ਜ਼ਿਆਦਾ ਸਮਾਂ ਨਾ ਨਿਕਲੇ ਤਾਂ ਇਸ ਸ਼ੁਰੂ ਦੇ ਵਿੱਚ ਹੀ ਇਸ ਕਿਸਮ ਦੀ ਬਿਮਾਰੀ ਨੂੰ ਦਬਾ ਦੇਣਾ ਚਾਹੀਦਾ ਹੈ। ਤੇ ਹੁਣ ਜੋ ਹੈ ਹਥਿਆਰ ਬਹੁਤ ਵੱਡੀ ਪੱਧਰ ਤੇ ਦੁਨੀਆ ਵਿੱਚ ਆਪਾਂ ਦੇਖਿਆ, ਸੋਮਾਲੀਆ 'ਚ, ਰਵਾਂਡਾ 'ਚ, ਅਫਗਾਨਿਸਤਾਨ 'ਚ ਦੇਖੋ ਤਾਲਿਬਾਨ ਕੋਲ ਕਿੱਥੋਂ ਅਸਲੇ ਆਏ ਨੇ, ਇੰਨਾ ਅਸਲਾ ਆਇਆ। ਹੋਰ ਵੀ ਕਿੰਨੇ ਦੇਸ਼ਾਂ 'ਚ ਹੈ। ਇੱਥੇ ਆਪਣੇ ਲਿਟੇ ਦੇ ਕੋਲ ਕਿਸ ਕਿਸਮ ਦਾ ਅਸਲਾ ਸੀ ਆਪਾਂ ਨੂੰ ਪਤਾ ਹੀ ਹੈ। ਇਹ ਜੋ ਹੈ ਸਾਰੀ ਦੁਨੀਆ ਦਾ ਇੱਕ ਸਮੱਸਿਆ ਬਣ ਗਿਆ। ਜਾਂ ਅਫਰੀਕਾ ਦੇ DPR ਕੋਂਗੋ ਵਗੈਰਾ ਸਭ ਕੋਲ ਉਥੇ ਗੈਰ ਕਾਨੂੰਨੀ ਹੁਣ ਡਾਕਟਰ ਸਾਹਿਬ ਤੁਸੀਂ ਦੇਖੋ ਕਿ ਜਿਹੜੀ ਰੂਸ ਯੂਕਰੇਨ ਜੰਗ ਹੋ ਰਹੀ ਹੈ ਉਹ ਇਸੇ ਕਰਕੇ ਠੰਡਾ ਪੈਣ ਦਾ ਨਾਂ ਨਹੀਂ ਲੈ ਰਹੀ ਕਿ ਜਿਹੜੇ ਹਥਿਆਰਾਂ ਦੇ ਵਪਾਰੀ ਆ ਉਹ ਧੜਾ ਧੜ ਯੂਕਰੇਨ ਨੂੰ ਹਥਿਆਰ ਦੇ ਰਹੇ। ਬਿਲਕੁਲ ਧੜਾ ਧੜ ਯੂਰਪੀਅਨ ਦੇਸ਼ਾਂ ਕੋਲ ਹਥਿਆਰ ਵੇਚ ਰਹੇ ਆਪਣੇ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਨਹੀਂ ਤਾਂ ਯੂਕਰੇਨ ਨੂੰ ਚਾਹੀਦਾ ਕਿ ਰੂਸ ਨਾਲ ਜਿਹੜਾ ਉਹਦਾ ਗੁਆਂਢੀ ਮੁਲਕ ਵੀ ਹੈ ਜੋ ਵੀ ਮਸਲੇ ਨੇ ਹੱਲ ਕਰਨ। ਯੂਕਰੇਨ ਦੀ ਤਾਂ ਇੰਨੀ ਤਬਾਹੀ ਹੋ ਰਹੀ ਹੈ ਪਰ ਉੱਥੋਂ ਦਾ ਰਾਸ਼ਟਰਪਤੀ ਤਾੜੀਆਂ ਵਜਵਾ ਰਿਹਾ, ਉਹਨਾਂ ਦੀਆਂ ਪਾਰਲੀਮੈਂਟਾਂ ਦੇ। ਇਸ ਤੋਂ ਇਲਾਵਾ ਕੀ ਹੋ ਰਿਹਾ? ਉਹ ਹਥਿਆਰ ਵੇਚ ਰਹੇ ਨੇ, ਯੂਕਰੇਨ ਦਾ ਪੈਸਾ ਵੀ ਜਾ ਰਿਹਾ ਹੈ, ਯੂਕਰੇਨ ਦੇ ਲੋਕ ਵੀ ਮਰ ਰਹੇ ਨੇ, ਯੂਕਰੇਨ ਦਾ ਸਾਰਾ ਢਾਂਚਾ ਬਿਲਕੁਲ ਤਬਾਹ ਹੋਇਆ ਪਿਆ। ਇਸ ਟਾਈਮ ਬੜੀ ਦੁਖਦਾਈ ਸਥਿਤੀ ਹੈ ਜੋ ਕਿ ਬੰਦ ਹੋਣੀ ਚਾਹੀਦੀ ਹੈ। ਇਹ ਸਮੁੱਚੇ ਤੌਰ ਤੇ ਹਥਿਆਰ ਵੇਚਣ ਦੇ ਜਿਹੜੇ ਕਾਰਖਾਨੇ ਨੇ ਉਹਨਾਂ ਤੇ ਪਾਬੰਦੀ UNO ਵੱਲੋਂ ਐਕਸ਼ਨ ਪ੍ਰੋਗਰਾਮ ਮਜ਼ਬੂਤੀ ਨਾਲ ਹੋਣਾ ਚਾਹੀਦਾ ਹੈ। ਇਸ ਲਈ ਵਿਸ਼ਵ ਭਰ ਦੇ ਵਿੱਚ ਜਨ ਅੰਦੋਲਨ ਚੱਲਣੇ ਚਾਹੀਦੇ ਨੇ ਜੋ ਕਿ ਹੈ ਨਹੀਂ। ਇਸੇ ਕਰਕੇ ਜਦੋਂ ਕੋਈ ਜਨ ਅੰਦੋਲਨ ਨਹੀਂ ਹੁੰਦੇ ਫਿਰ ਇਹ ਕੰਪਨੀਆਂ ਆਪਣੇ ਖੁੱਲ ਖੇਡਦੀਆਂ। ਨਹੀਂ ਡਾਕਟਰ ਸਾਹਿਬ, ਹੁਣ ਜੇ ਅੰਦੋਲਨ ਨਹੀਂ ਹੈ ਤਾਂ ਇਸ ਦਾ ਮਤਲਬ ਸਥਿਤੀ ਜਿਹੜੀ ਹੋਰ ਵਿਗੜਦੀ ਜਾਏਗੀ ਜੇ ਲੋਕਾਂ ਦਾ ਦਬਾਅ ਨਹੀਂ ਵਧੇਗਾ ਜਾਂ ਲੋਕ ਉਹਨਾਂ ਸਰਕਾਰਾਂ ਨੂੰ ਪਾਸੇ ਨਹੀਂ ਕਰਨਗੇ ਸੱਤਾ ਤੋਂ ਜਿਹੜੀਆਂ ਸਰਕਾਰਾਂ ਇਹਨਾਂ ਹਥਿਆਰਾਂ ਦੇ ਕੰਪਨੀਆਂ ਨੂੰ ਪ੍ਰਮੋਟ ਕਰਦੀਆਂ, ਜਿਹੜੀਆਂ ਇਸ ਸਾਰੇ ਸੱਭਿਆਚਾਰ ਨੂੰ ਪ੍ਰਮੋਟ ਕਰਦੀਆਂ, ਬੰਦੂਕ ਦੀ ਹਿੰਸਾ ਨੂੰ ਸ਼ਹਿ ਦਿੰਦੀਆਂ। ਜੇ ਲੋਕ ਅੰਦੋਲਨ ਹੋਣਗੇ ਤਾਂ ਹੀ ਸਰਕਾਰਾਂ ਤੇ ਦਬਾਅ ਪਏਗਾ। ਲੋਕ ਅੰਦੋਲਨ ਨਹੀਂ ਹੋਣਗੇ ਤਾਂ ਫਿਰ ਸਰਕਾਰਾਂ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦੀਆਂ ਕਿ ਦੂਜੇ ਪਾਸੋਂ ਦਬਾਅ ਬਹੁਤ ਜ਼ਿਆਦਾ ਹੁੰਦਾ ਹੈ। ਇਸ ਲਈ ਜੋ ਹੈ ਲੋਕ ਅੰਦੋਲਨ ਬਣਾਉਣੇ ਬਹੁਤ ਜ਼ਰੂਰੀ ਨੇ ਇਸ ਕਿਸਮ ਦੇ ਵਿਸ਼ੇ ਤੇ। ਇਹ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਇਹਦੇ 'ਚ ਹੁਣੇ ਹੀ ਇੱਕ ਜਿਹੜੇ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਹੈ ਉਹਦੇ ਵੱਲੋਂ ਜਿਹੜੇ 2020 ਦੇ ਅੰਕੜੇ ਆਏ ਆ ਉਹਨਾਂ ਮੁਤਾਬਕ ਜੇ ਅਸੀਂ ਦੇਖੀਏ ਤਾਂ ਅਮਰੀਕਾ ਜਿਹੜਾ ਉਹ ਲਗਭਗ 39% ਜਿਹੜੇ ਦੁਨੀਆ ਦੇ ਹਥਿਆਰ ਹੈ ਉਹ ਬਰਾਮਦ ਕਰਦਾ। ਇਸ ਤਰ੍ਹਾਂ ਹੀ ਜਿਹੜਾ ਰੂਸ ਹੈ ਉਹ 19% ਕਰਦਾ, ਫਰਾਂਸ 11% ਕਰਦਾ, ਚੀਨ ਜਿਹੜਾ 4.6% ਕਰਦਾ। ਮਤਲਬ ਚਾਰ ਇਹ ਦੇਸ਼ ਜਿਹੜੇ ਆ ਲਗਭਗ ਜਿਹੜੇ 74-75% ਜਿਹੜੇ ਹਥਿਆਰ ਹੈ ਦੁਨੀਆ ਦੇ ਬਰਾਮਦ ਹੁੰਦੇ ਜਾਂ ਕਿਤੇ ਵੇਚੇ ਜਾਂਦੇ ਆ ਜਾਂ ਜਾ ਰਹੇ ਆ ਜਾਂ ਸੰਸਾਰ ਦੀ ਮੰਡੀ 'ਚ ਉਹ ਸਰਕੂਲੇਸ਼ਨ 'ਚ ਨੇ ਤਾਂ ਉਹ ਇਹਨਾਂ ਦੇਸ਼ਾਂ ਦੀ ਬਦੌਲਤ ਨੇ। ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਬਾਕੀ ਸੰਸਾਰ ਜਿਹੜਾ ਹੈ ਉਹ ਇਹ ਸਾਰੇ ਦੇ ਲਈ ਇਹ ਕੀ ਯਤਨ ਕਰ ਰਿਹਾ ਜਿਹੜਾ, ਕਿਉਂਕਿ ਤੁਸੀਂ ਤਾਂ ਜਿਹੜੀਆਂ ਇੰਟਰਨੈਸ਼ਨਲ ਸੰਸਥਾਵਾਂ ਉਹਨਾਂ ਵਿੱਚ ਗਏ ਵੀ ਹੋ, ਤੁਸੀਂ ਖੁਦ ਵੀ ਬਹੁਤ ਸਾਰੇ ਮੁਲਕਾਂ ਦਾ ਦੌਰਾ ਵੀ ਕੀਤਾ ਹੈ ਔਰ ਸੈਮੀਨਾਰ ਜਿਹੜੇ ਇੰਟਰਨੈਸ਼ਨਲ ਹੈ ਉਹਨਾਂ ਤੇ ਵੀ ਜਾਂਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਉੱਥੇ ਕੋਈ ਇਸ ਤਰ੍ਹਾਂ ਦੀ ਕੀ ਰਾਏ ਬਣ ਕੇ ਉੱਭਰ ਰਹੀ ਹੈ? ਰਾਏ ਤੇ ਬਣ ਕੇ ਉੱਭਰ ਰਹੀ ਹੈ। ਤੁਸੀਂ ਜੋ ਗੱਲ ਕਹੀ ਦੇ ਚੰਦ ਹੀ ਦੇਸ਼ ਨੇ ਜਿੱਥੇ ਹਥਿਆਰ ਬਣਾਉਣ ਦੇ ਕਾਰਖਾਨੇ ਨੇ, ਬਾਕੀ ਸਭ ਤੇ ਖਰੀਦਾਰ ਨੇ। ਬਾਕੀਆਂ ਕੋਲ ਜੇ ਕਾਰਖਾਨੇ ਆ ਛੋਟੇ ਮੋਟੇ ਕਾਰਖਾਨੇ, ਵੱਡੇ ਕਾਰਖਾਨੇ ਨਹੀਂ। ਅਸੀਂ ਜਰਮਨੀ 'ਚ ਗਏ ਸੀਗੇ, ਸਾਡੀ ਇਸੇ ਵਿਸ਼ੇ ਤੇ ਕਾਨਫਰੰਸ ਸੀ ਸਾਡੀ ਸੰਸਥਾ ਦੀ 2013 'ਚ।
ਉੱਥੇ ਇੱਕ ਕੰਪਨੀ ਹੈ ਹੈਕਲਰ ਐਂਡ ਕੌਕ, ਉਹ ਐਡਵਾਂਸ ਕਿਸਮ ਦੇ ਹਥਿਆਰ ਇਸ ਤਰ੍ਹਾਂ ਬੰਦੂਕਾਂ ਬਣਾਉਂਦੀ ਹੈ। ਉਹਦੇ ਖਿਲਾਫ ਅਸੀਂ ਜੋ ਪ੍ਰਦਰਸ਼ਨ ਕੀਤਾ ਉਸਨੂੰ ਮੀਡੀਆ ਨੇ ਬਹੁਤ ਚੁੱਕਿਆ। ਪਰ ਇਹ ਵਾਰ-ਵਾਰ ਹੋਣੇ ਚਾਹੀਦੇ ਨੇ ਨਾ। ਹੁਣ ਦੇਖੋ ਸਾਡੀ ਸਰਕਾਰ ਵੀ ਕਹਿ ਰਹੀ ਹੈ ਕਿ ਅਸੀਂ ਆਰਮਸ ਐਕਸਪੋਰਟਰ ਬਣਨਾ ਚਾਹੁੰਦੇ ਹਾਂ। ਬਈ ਸਾਡੇ ਇੱਥੇ ਭੁੱਖਮਰੀ ਪਹਿਲੇ ਟੈਕਲ ਕਰੋ, ਆਰਮਸ ਐਕਸਪੋਰਟਰ ਬਣਨ ਦੀ ਸਾਨੂੰ ਕੋਈ ਲੋੜ ਨਹੀਂ ਹੈ। ਆਰਮਸ ਵੇਚ ਕੇ, ਹਥਿਆਰ ਵੇਚ ਕੇ ਐਵੇਂ ਦਿਖਾਵਾ ਹੁੰਦਾ ਹੈ, ਦੁਨੀਆ ਨੂੰ ਅਸਥਿਰਤਾ ਵੱਲ ਜਾਂਦੀ ਹੈ। ਸਾਡੇ ਵਰਗੇ ਮੁਲਕਾਂ ਨੂੰ ਆਰਮਸ ਐਕਸਪੋਰਟਰ ਵੱਲ ਤੇ ਬਿਲਕੁਲ ਨਹੀਂ ਜਾਣਾ ਚਾਹੀਦਾ। ਆਪਣੀ ਸੁਰੱਖਿਆ ਲਈ ਜਿੰਨੇ ਹਥਿਆਰਾਂ ਦੀ ਲੋੜ ਹੈ ਉਹ ਠੀਕ ਹੈ, ਮੈਂ ਉਹਦੇ ਕੋਈ ਵਿਰੋਧ ਨਹੀਂ ਕਰ ਰਿਹਾ ਇਸ ਸਟੇਜ ਤੇ। ਇਹ ਉਹਦੇ ਲਈ ਵੀ ਸਾਨੂੰ ਗੁਆਂਢੀਆਂ ਨੂੰ ਆਪਸ ਮਿਲ ਕੇ ਬੈਠਣਾ ਚਾਹੀਦਾ ਤੇ ਮਸਲੇ ਹੱਲ ਹੋ ਸਕਦੇ ਨੇ। ਇਸ ਲਈ ਦੁਨੀਆ ਵਿੱਚ UNO ਦੀ ਅਗਵਾਈ ਥੱਲੇ ਤੇ ਜਿਹੜੀਆਂ ਗੈਰ ਸਰਕਾਰੀ ਸੰਸਥਾਵਾਂ ਨੇ ਉਹਨਾਂ ਨੂੰ ਨਾਲ ਲੈ ਕੇ ਡਾਇਲਾਗ ਹੋਣਾ ਚਾਹੀਦਾ, ਵਿਚਾਰ ਚਰਚਾ ਹੋਣੀ ਚਾਹੀਦੀ ਹੈ। ਤੇ ਸਰਕਾਰਾਂ ਦੇ ਉੱਪਰ, ਜਿਹੜੀਆਂ ਚੰਦ ਸਰਕਾਰਾਂ ਨੇ ਜਿਨ੍ਹਾਂ ਦੇ ਮੁਲਕਾਂ 'ਚੋਂ ਹਥਿਆਰ ਆਉਂਦੇ ਨੇ, ਉੱਪਰ ਦਬਾਅ ਪਾਉਣ ਦੀ ਲੋੜ ਹੈ ਕਿ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਤੇ ਪਾਬੰਦੀ ਲਾਓ। ਤੇ ਇਹਨਾਂ ਕੰਪਨੀਆਂ ਤੋਂ ਜਿਵੇਂ ਖੇਡਦੇ ਨੇ ਲੋਕ, ਕੋਈ ਖਿਲਾੜੀ, ਉੱਥੇ ਨਾ ਸਪਾਂਸਰਸ਼ਿਪ ਹੁੰਦੀ ਹੈ। ਬਹੁਤ ਵਾਰੀ ਸਾਨੂੰ ਦੇ ਨਾਮ ਨਹੀਂ ਨਾ ਪਤਾ ਹੁੰਦੇ ਕਿ ਫਲਾਣੀ ਕੰਪਨੀ ਨੇ ਸਪਾਂਸਰ ਕੀਤਾ, ਕੋਈ ਖੇਲ ਹੁੰਦਾ ਹੈ ਉਹਦੇ 'ਚ ਬਾਅਦ 'ਚ ਪਤਾ ਲੱਗਦਾ ਕਿ ਇਹ ਕੰਪਨੀ ਹੋਰ ਕੱਲਾ ਤੋਂ ਇਲਾਵਾ ਹਥਿਆਰ ਵੀ ਬਣਾਉਂਦੀ ਹੈ। ਇਸ ਕਿਸਮ ਦੀ ਸਪਾਂਸਰਸ਼ਿਪ ਤੋਂ ਵੀ ਕਈ ਡਾਟੇ ਆਏ ਨੇ ਇਸ ਵਿਸ਼ੇ ਤੇ ਵੀ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ, ਤਾਂ ਕਿ ਇਸ ਤਰ੍ਹਾਂ ਦੀ ਕੰਪਨੀਆਂ ਦੀ ਆਰਥਿਕਤਾ ਜਿਹੜੀ ਹੈ ਉਹ ਕਮਜ਼ੋਰ ਹੋਏ ਤੇ ਉਹ ਇਸ ਵੱਲ ਨਾ ਜਾਣ ਕਿ ਇਸ ਗੱਲ ਤੋਂ ਸਾਡੇ ਦਾ ਨਾ ਰਹੀਏ। ਇਹ ਹੈ ਵੀ ਖਿਡੌਣੇ ਬਣਾਓ, ਬੰਦੂਕਾਂ ਨਹੀਂ। ਮਤਲਬ ਬੱਚਿਆਂ ਨੂੰ ਖੇਲਣ ਦੀਆਂ ਚੀਜ਼ਾਂ ਬਣਾਓ, ਪਿਆਰ ਮੁਹੱਬਤ ਦੀਆਂ ਚੀਜ਼ਾਂ ਬਣਾਓ, ਬੰਦੂਕਾਂ ਨਾ ਬਣਾਓ। ਨਹੀਂ ਡਾਕਟਰ ਸਾਹਿਬ, ਜਿਨ੍ਹਾਂ ਕੰਪਨੀਆਂ ਨੂੰ ਏਡੇ ਏਡੇ ਵੱਡੇ ਮੁਨਾਫੇ ਹੋ ਰਹੇ ਆ, ਉਹ ਕਿਸ ਤਰ੍ਹਾਂ ਇਹਦੇ ਤੋਂ ਪਾਸੇ ਹਟਣਗੀਆਂ? ਗੱਲ ਤਾਂ ਇਹ ਹੈ ਸੋਚਣ ਵਾਲੀ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਉਹ ਜਨ ਅੰਦੋਲਨਾਂ ਤੋਂ ਬਿਨਾਂ, ਸਰਕਾਰਾਂ ਤੇ ਦਬਾਅ ਪਾਏ ਬਿਨਾਂ ਲੋਕਾਂ ਵੱਲੋਂ ਇੰਨੇ ਹੀ ਹਟਣਗੀਆਂ। ਲੋਕਾਂ ਵੱਲੋਂ ਦੁੱਖ ਦੀ ਗੱਲ ਹੈ ਹਾਲੇ ਇਹਨਾਂ ਗੱਲਾਂ ਬਾਰੇ ਕੋਈ ਹੈ ਨਹੀਂ ਦਬਾਅ ਸਰਕਾਰਾਂ ਤੇ। ਲੋਕ ਕਹਿ ਦੇਣਗੇ ਜੀ ਦੇਖੋ ਜੀ, ਬਸ ਜੀ ਆਹ ਦੇਖੋ ਮੂਸੇਵਾਲਾ ਮਰ ਗਿਆ, ਕੌਣ ਇਹਦੇ ਪਿੱਛੇ ਸੀ, 4 ਬੰਦੇ 5 ਬੰਦੇ ਫੜ ਲਏ, ਬਸ ਗੱਲ ਖਤਮ ਹੋ ਜਾਂਦੀ ਹੈ, ਬਾਅਦ 'ਚ ਗੱਲ ਖਤਮ। ਲੇਕਿਨ ਅਸਲਾ ਸਿਰਫ 4 ਬੰਦੂਕਾਂ ਥੋੜੀ ਆਈਆਂ ਹੋਣੀਆਂ, ਪਤਾ ਨਹੀਂ ਕਿੰਨਾ ਅਸਲਾ ਆਇਆ ਹੋਣਾ, ਉਹਨਾਂ ਨੂੰ ਟੈਸਟ ਕੀਤਾ ਹੋਣਾ ਕਿੰਨਾ ਅਸਲਾ ਤੇ ਕਿੰਨਾ ਪੈਸਾ ਲੱਗਿਆ ਹੋਣਾ ਅਸਲੇ ਤੇ। ਇਹ ਸਾਰੇ ਗੱਲ ਦੀ ਕੋਸ਼ ਜਾ ਕੇ ਦੂਰ ਤੱਕ ਕੌਮਾਂਤਰੀ ਪੱਧਰ ਤੇ ਜਾਣ ਦੀ ਲੋੜ ਹੈ। ਅਸਲਾ ਕਿਹੜੇ ਬਾਰਡਰ ਤੋਂ ਆਇਆ? ਆਪਣੇ ਆਪ ਤੇ ਅਸਲਾ ਕੋਈ ਹਵਾ ਤੋਂ ਆ ਨਹੀਂ ਸਕਦਾ, ਬਾਰਡਰ ਤੋਂ ਹੀ ਆਇਆ ਨਾ, ਇਲੀਗਲ ਆਇਆ। ਇਲੀਗਲ ਟ੍ਰੇਡ ਤੇ ਚੈੱਕ ਹੋਣੀ ਬੜੀ ਜ਼ਰੂਰੀ ਹੈ। ਕੌਮਾਂਤਰੀ ਤੌਰ ਤੇ ਕਈ ਸੰਧੀਆਂ ਹਨ, ਉਹਨਾਂ ਸੰਧੀਆਂ ਨੂੰ ਲਾਗੂ ਕਰਵਾਉਣ ਦੇ ਲਈ ਦਬਾਅ ਪਾਉਣ ਦੀ ਲੋੜ ਹੈ ਸਰਕਾਰਾਂ ਵੱਲੋਂ। ਤੇ ਸਰਕਾਰਾਂ ਤਾਂ ਹੀ ਬੋਲਣਗੀਆਂ ਜੇ ਸਰਕਾਰਾਂ ਤੇ ਲੋਕ ਦਬਾਅ ਪਾਉਣਗੇ। ਇਸ ਲਈ ਜੋ ਚਰਚਾ ਹੈ ਇਸ ਵਿਸ਼ੇ ਤੇ ਵਾਰ-ਵਾਰ ਹੋਣੀ ਚਾਹੀਦੀ ਹੈ, ਤਾਂ ਜੋ ਹਿੰਸਾ ਦੀ ਜਿਹੜੀ ਰੁਚੀ ਹੈ ਨਾ ਉਹ ਸਮਾਪਤ ਕਰਨੀ ਬਹੁਤ ਜ਼ਰੂਰੀ ਹੈ। ਜੇ ਦੇਖੋ ਇੱਕ ਨੌਜਵਾਨ ਮੁੰਡੇ ਦੇ ਕੋਲ ਜੇ ਹਥਿਆਰ ਆ ਜਾਵੇ ਨਾ, ਉਹ ਆਪਣੇ ਆਪ ਨੂੰ ਬਹੁਤ ਵੱਡਾ ਉੱਚਾ ਸਮਝਣ ਲੱਗ ਜਾਂਦਾ ਹੈ। ਇਹ ਉਹਦੀ ਰੁਚੀ ਹੁੰਦੀ ਹੈ, ਟੀਨੇਜ ਬॉय ਜਿਹਨੂੰ ਆਪਾਂ ਕਹਿੰਦੇ ਆ। ਉਹਨੂੰ 18 ਸਾਲ ਦੇ ਮੁੰਡੇ ਨੇ, ਹਾਲੇ ਟੀਨੇਜ 'ਚ ਹੀ ਹੈ ਨਾ ਇਹ ਜੋ ਗੋਲੀਆਂ ਦਾਗੀਆਂ, ਉਸ ਦੀ ਮਾਨਸਿਕਤਾ ਹੀ ਹੋਰ ਹੁੰਦੀ ਹੈ। ਸੋ ਇਸ ਲਈ ਉਸ ਉਮਰ ਤੋਂ ਹੀ ਬੱਚੇ ਨੂੰ ਸਮਝਾਉਣ ਦੀ ਲੋੜ ਹੈ ਕਿ ਡਾਕਟਰ ਸਾਹਿਬ, ਤੁਸੀਂ ਤਾਂ ਕਿਉਂਕਿ ਡਾਕਟਰਾਂ ਦੀਆਂ ਸੰਸਥਾਵਾਂ ਨਾਲ ਜੁੜੇ ਹੋਏ ਹੋ, ਤਾਂ ਇਸ ਦੇ ਨਾਲ ਕਿਸ ਕਿਸ ਤਰ੍ਹਾਂ ਦੇ ਜਿਹੜੇ ਸਮਾਜ ਦੇ ਅੰਦਰ ਰੋਗ ਜਿਹੜੇ ਹੈ, ਖਾਸ ਕਰਕੇ ਨੌਜਵਾਨਾਂ 'ਚ, ਬਾਕੀ ਲੋਕਾਂ 'ਚ ਪੈਦਾ ਵੀ ਹੁੰਦੇ ਵੀ ਹੈ, ਮਾਨਸਿਕ ਰੋਗੀ ਵੀ ਬਣਦੇ ਆ ਲੋਕ, ਉਸ ਦੇ ਬਾਰੇ ਤੁਹਾਡੀ ਕੀ ਰਾਏ ਹੈ? ਦੇਖੋ ਜਦੋਂ ਕੋਈ ਹਿੰਸਾ ਹੁੰਦੀ ਹੈ, ਇੱਕ ਤੇ ਜਿਹਦੇ ਨਾਲ ਹਿੰਸਾ ਹੋਈ ਉਹ ਤੇ ਪੀੜਤ ਹੋ ਹੀ ਗਿਆ, ਉਹ ਜ਼ਖਮੀ ਹੋ ਗਿਆ, ਕਿੰਨੀ ਦੇਰ ਉਹ ਪਿਆ ਰਿਹਾ ਬੈੱਡ ਤੇ, ਉਹਦਾ ਕੀ ਬਣਿਆ? ਜੇ ਬਚ ਗਿਆ ਤਾਂ ਕਿਸੇ ਦੀ ਲੱਤ ਚਲੀ ਗਈ, ਕਿਸੇ ਦੀ ਅੱਖ ਚਲੀ ਗਈ, ਕੁਝ ਨਾ ਕੁਝ ਤਾਂ ਹੁੰਦਾ ਹੀ ਹੈ ਨਾ ਸਮੱਸਿਆ ਜਦੋਂ ਇੰਨੀ ਹਿੰਸਾ ਹੋਏ। ਤੇ ਫਿਰ ਜੇ ਬਚ ਵੀ ਗਿਆ ਤੇ ਆਪਣੇ ਕਿਸੇ ਨੂੰ ਪੈਰਾਲਿਸਿਸ ਹੋ ਗਿਆ, ਕਿਸੇ ਦੇ ਲੰਗਸ ਚਲੇ ਗਏ ਜੇ ਜ਼ਿਆਦਾ ਗੋਲੀਆਂ ਲੱਗੀਆਂ। ਇਸ ਦੇ ਨਾਲ ਜਿਹੜਾ ਉਹਦਾ ਪਰਿਵਾਰ ਵੀ ਤੇ ਉਜੜ ਜਾਂਦਾ ਹੈ, ਖਰਚਾ ਕਿੰਨਾ ਹੋ ਜਾਂਦਾ ਉਹਦੇ ਇਲਾਜ ਤੇ, ਮਾਨਸਿਕ ਤਣਾਅ, ਉਹਦੇ ਬੱਚਿਆਂ ਤੇ ਸਾਰਾ ਪਰਿਵਾਰ ਹਿੱਲ ਜਾਂਦਾ ਹੈ। ਇਹਨਾਂ ਹਾਨੀਆਂ ਬਾਰੇ, ਜਿਹੜੇ ਨੁਕਸਾਨ ਹੁੰਦੇ ਨੇ, ਉਹਦੇ ਬਾਰੇ ਲੋਕਾਂ ਨੂੰ ਦੱਸਣ ਦੀ ਲੋੜ ਹੈ ਤਾਂ ਜੋ ਲੋਕ ਤਿਆਰ ਹੋਣ ਇਹਨਾਂ ਗੱਲਾਂ ਤੇ ਬੋਲਣ ਬਾਰੇ। ਨਹੀਂ ਤੇ ਸਾਡੇ ਮੁਲਕ 'ਚ ਇਸ ਟਾਈਮ ਚਰਚੇ ਹੀ ਹੋਰ ਚੱਲ ਰਹੇ ਨੇ, ਬਲਕਿ ਉਹਨਾਂ ਨਾਲ ਹਿੰਸਾ ਵੱਧ ਰਹੀ ਹੈ। ਜਿਹੜੇ ਚਰਚੇ ਇਸ ਟਾਈਮ ਚੱਲ ਰਹੇ ਨੇ ਸਾਡੇ ਮੁਲਕ 'ਚ, ਉਹਨਾਂ ਨਾਲ ਹਿੰਸਾ ਵੱਧ ਰਹੀ ਹੈ। ਸਾਨੂੰ ਸਦਭਾਵਨਾ ਦੇ ਚਰਚੇ ਤੋਂ ਲੈ ਕੇ ਤੇ ਫਿਰ ਹਿੰਸਾ ਦੇ ਖਿਲਾਫ ਆਵਾਜ਼ ਉਠਾਉਣੀ ਪਏਗੀ, ਉੱਥੋਂ ਹੀ ਲੈ ਕੇ ਫਿਰ ਹਥਿਆਰਾਂ ਦੇ ਖਿਲਾਫ ਆਵਾਜ਼, ਹਥਿਆਰਾਂ ਦੀ ਆਵਾਜ਼ ਦੇ ਖਿਲਾਫ ਦੀ ਅਸੀਂ ਆਵਾਜ਼ ਲੈ ਕੇ ਫਿਰ ਜਿਹੜੀਆਂ ਕੰਪਨੀਆਂ ਹਥਿਆਰ ਬਣਾ ਰਹੀਆਂ ਨੇ, ਵੇਚ ਰਹੀਆਂ ਨੇ,
ਉਹਨਾਂ ਦੇ ਖਿਲਾਫ ਆਵਾਜ਼ ਕੌਮਾਂਤਰੀ ਪੱਧਰ ਤੇ ਚੱਕਣੀ ਪਏਗੀ। ਇਹ ਹੁਣ ਸਮਾਂ ਲੱਗੇਗਾ, ਪਰ ਇਹ ਕੋਈ ਅਸੰਭਵ ਗੱਲ ਨਹੀਂ ਹੈ। ਹਥਿਆਰਾਂ ਨੂੰ ਘਟਾਇਆ ਜਾ ਸਕਦਾ ਹੈ ਦੁਨੀਆ ਦੇ ਵਿੱਚ। ਕਿਉਂਕਿ ਡਾਕਟਰ ਸਾਹਿਬ ਪਿਛਲੇ ਸਮੇਂ 'ਚ ਅਸੀਂ ਦੇਖਿਆ ਹੈ ਕਿ ਹਥਿਆਰ ਤਾਂ ਵੱਧ ਰਹੇ ਆ, ਘਟਣ ਦੀ ਬਜਾਏ ਸਗੋਂ ਸੋਫਿਸਟੀਕੇਟਡ ਹਥਿਆਰ ਆ ਰਹੇ ਆ ਜਿਹੜੇ ਕਿ ਬਹੁਤ ਜ਼ਿਆਦਾ ਖਤਰਨਾਕ ਨੇ। ਜਿਉਂ-ਜਿਉਂ ਟੈਕਨੋਲੋਜੀ ਡਿਵੈਲਪ ਹੋ ਰਹੀ ਹੈ ਤਾਂ ਉਸ ਤਰ੍ਹਾਂ ਹਥਿਆਰਾਂ 'ਚ ਵੀ ਜਿਹੜੀਆਂ ਨਵੀਆਂ ਕਿਸਮਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ। ਇਹਦੇ ਪਿੱਛੇ ਰਾਜਨੀਤੀ ਵੀ ਹੈ ਨਾ। ਹੁਣ ਜੇ ਦੋ ਦੇਸ਼ ਆਪਸ 'ਚ ਮਾਹੌਲ ਐਸਾ ਬਣਾਓ ਕਿ ਦੋ ਦੇਸ਼ਾਂ 'ਚ ਸਮਝੌਤੇ ਨਾ ਹੋ ਸਕਣ, ਉਹ ਲੜਦੇ ਹੀ ਰਹਿਣ, ਅਗਰ ਉਹ ਝਗੜਦੇ ਹੀ ਰਹਿਣਗੇ, ਫਿਰ ਦੋਨਾਂ ਨੂੰ ਉਹੀ ਕੰਪਨੀਆਂ ਹਥਿਆਰ ਵੇਚਦੀਆਂ ਨੇ। ਉਹੀ ਕੰਪਨੀ ਦੋਨੋਂ ਦੇਸ਼ਾਂ ਨੂੰ ਹਥਿਆਰ ਵੇਚਦੀਆਂ ਨੇ। ਦੋਨੋਂ ਦੇਸ਼ ਹਥਿਆਰ ਉਸੇ ਕੰਪਨੀ ਨੂੰ ਲੈ ਕੇ, ਇਸ ਲਈ ਆਪਸੀ ਦੇਸ਼ਾਂ 'ਚ ਸਹਿਯੋਗ, ਗੁਆਂਢੀਆਂ 'ਚ ਸਹਿਯੋਗ, ਆਪਸ 'ਚ ਡਾਇਲਾਗ, ਇਹ ਬਹੁਤ ਜ਼ਰੂਰੀ ਹੈ। ਆਪਸੀ ਜੇ ਡਾਇਲਾਗ ਹੁੰਦਾ ਰਹੇਗਾ ਤਾਂ ਸਹਿਯੋਗ ਹੁੰਦਾ ਰਹੇਗਾ। ਫਿਰ ਹਥਿਆਰਾਂ ਦੀ ਜੇ ਲੋੜ ਘਟਾਈ ਜਾਏਗੀ, ਫਿਰ ਹਥਿਆਰ ਮੁਲਕ ਖਰੀਦਣਗੇ ਨਹੀਂ। ਫਿਰ ਇਲੀਗਲ ਟ੍ਰੇਡ ਤੇ ਹੈ, ਉਹ ਇੱਕ ਵੱਖਰਾ ਹੈ। ਲੇਕਿਨ ਸਰਕਾਰਾਂ ਵੀ ਜੇ ਹਥਿਆਰ ਬਹੁਤ ਖਰੀਦ ਰਹੀਆਂ ਨੇ ਨਾ, ਉੱਤੇ ਵੀ ਤੇ ਪਾਬੰਦੀ ਲਾਉਣ ਦੀ ਲੋੜ ਹੈ। ਉਹਨੂੰ ਵੀ, ਉਹਦੇ ਵਿੱਚ ਵੀ ਕਮੀ ਲਿਆਉਣ ਦੀ ਲੋੜ ਹੈ। ਮੇਰਾ ਕਹਿਣ ਦਾ ਮਤਲਬ ਇਹ। ਤੇ ਡਾਕਟਰ ਸਾਹਿਬ ਤੁਸੀਂ ਜਿਹੜੀ ਇਹ ਸਾਰਾ ਪੰਜਾਬ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ 'ਚ ਇਸ ਦੇ ਲਈ ਕੀ ਕੀਤੇ ਜਾਣ ਦੀ ਲੋੜ ਹੈ, ਜਾਂ ਤੁਹਾਡੇ ਜਥੇਬੰਦੀ ਜਿਹੜੀ ਹੈ ਪੰਜਾਬ 'ਚ ਕੀ ਕਰ ਰਹੀ ਹੈ ਇਸ ਸਾਰੇ ਦੁੱਖ ਦੇਖੋ, ਹਿੰਸਾ ਅਸੀਂ, ਰੋਕਣ? ਸਾਡੀ ਇੱਕ ਡਾਕਟਰਾਂ ਦੀ ਜਥੇਬੰਦੀ ਤੇ ਜਾਗਰਤੀ ਪੈਦਾ ਕਰ ਸਕਦੀ ਹੈ, ਲੋਕਾਂ ਨੂੰ ਸੂਚਨਾ ਦੇ ਸਕਦੀ ਹੈ, ਲੋਕਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਇਸ ਵਿਸ਼ੇ ਤੇ ਹੁਣ ਜਿਵੇਂ ਤੁਸੀਂ ਚਰਚਾ ਕੀਤੀ, ਅਖਬਾਰਾਂ 'ਚ ਲੇਖ ਲਿਖਿਆ, ਮੈਂ, ਹੋਰ ਵੀ ਕੋਈ ਲਿਖਦੇ ਹੋਣਗੇ, ਤੇ ਫਿਰ ਇੱਕ ਸੈਮੀਨਾਰ ਕਰਕੇ, ਕੋਈ ਲੋਕਾਂ ਨਾਲ ਵਾਰਤਾਲਾਪ ਕਰਕੇ, ਕਿਉਂਕਿ ਮੈਂ ਸਮਝਦਾ ਕਿ ਮੂਸੇਵਾਲਾ ਕਾਂਡ ਤੋਂ ਬਾਅਦ ਲੋਕ ਬੜੇ ਚਿੰਤਿਤ ਹੋਏ ਨੇ। ਪਹਿਲੇ ਵੀ ਚਿੰਤਿਤ ਹੁੰਦੇ ਨੇ, ਪਰ ਇਹ ਕਿਉਂਕਿ ਵੱਡੀ ਘਟਨਾ ਹੋਏ। ਮੂਸੇਵਾਲਾ ਇੱਕ ਮਸ਼ਹੂਰ ਗਾਇਕ ਸੀ ਤੇ ਉਸ ਨੂੰ ਫਿਰ ਜੋ ਹੈ ਉਹਦੀ ਚਰਚਾ ਜ਼ਿਆਦਾ ਹੋ ਗਈ ਉਸਦੇ ਕਤਲ ਤੋਂ ਬਾਅਦ। ਜੇ ਅਸੀਂ ਹਿੰਸਾ ਦੀ ਰੁਚੀ ਨੂੰ ਘਟਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ, ਡਾਕਟਰ ਜਾਂ ਕੋਈ ਵੀ ਜਥੇਬੰਦੀ, ਫਿਰ ਜਿਹੜਾ ਰੈਡੀਕਲ ਗਰੁੱਪਸ ਹੈ ਉਹ ਅੱਗੇ ਆਉਣਗੇ, ਫਿਰ ਹਿੰਸਾ ਹੋਰ ਵਧੇਗੀ। ਰੈਡੀਕਲ ਥਾਟ ਜਿਹੜੀ ਹੈ ਨਾ, ਉਹ ਤਾਂ ਪਈ ਹੁੰਦੀ ਹੈ ਨਾ ਸਮਾਜ 'ਚ, ਭਾਵੇਂ ਚੰਦ ਲੋਕ ਹੁੰਦੇ ਨੇ ਪਰ ਨੁਕਸਾਨ ਕਰਦੇ ਨੇ। ਇਸ ਲਈ ਰੈਡੀਕਲ ਥਾਟ ਨੂੰ ਅਸੀਂ ਸਦਭਾਵਨਾ ਦਾ ਨਾਰਾ ਦੇ ਕੇ, ਪਿਆਰ ਮੁਹੱਬਤ ਦਾ ਨਾਰਾ ਦੇ ਕੇ, ਇਹਨਾਂ ਹਥਿਆਰਾਂ ਦੀ ਵਰਤੋਂ ਦੇ ਨਾਲ ਹੋਣ ਵਾਲੇ ਮੈਡੀਕਲ ਨੁਕਸਾਨ ਦੇ, ਮਨੁੱਖੀ ਜੋ ਨੁਕਸਾਨ ਹੁੰਦਾ ਉਹਦੇ ਬਾਰੇ ਲੋਕਾਂ ਨੂੰ ਦੱਸ ਕੇ, ਤਾਂ ਜੋ ਇਹ ਹਥਿਆਰਾਂ ਦੀ, ਦੂਸਰਾ ਇਹ ਹੈ ਕਿ ਜੇ ਰੁਜ਼ਗਾਰ ਹੋਏ ਤਾਂ ਮੁੰਡੇ ਘਟ ਜਾਣਗੇ ਇਹਨਾਂ ਵੱਲ। ਜਿਹੜੇ ਬੇਰੁਜ਼ਗਾਰੀ ਹੁੰਦੀ ਹੈ, ਜਦੋਂ ਕੰਮ ਨਹੀਂ ਹੈ ਤਾਂ ਫਿਰ ਮੁੰਡੇ ਵੱਧ ਜਾਣਗੇ। ਇਸ ਲਈ ਇੱਕ ਮਾਹੌਲ ਐਸਾ ਸਮਾਜ 'ਚ ਬਣਾਉਣ ਦੀ ਵੀ ਲੋੜ ਹੈ ਕਿ ਸਭ ਨੂੰ ਰੁਜ਼ਗਾਰ ਮਿਲੇ, ਸਭ ਨੂੰ ਜੋ ਸੁਰੱਖਿਆ ਦਾ ਅਹਿਸਾਸ ਹੋਏ ਕਿ ਮੈਂ ਰੋਟੀ ਖਾਣ ਜੋਗਾ ਚੰਗੀ ਰੋਟੀ ਖਾ ਸਕਾਂਗਾ ਆਪਣੇ ਪੜ੍ਹ ਲਿਖ ਕੇ। ਫਿਰ ਹੌਲੀ ਹੌਲੀ ਇਸ ਨੂੰ ਘਟਾਇਆ ਜਾ ਸਕਦਾ ਹੈ। ਇਹਦੇ ਲਈ ਬਹੁਤ ਮਿਹਨਤ ਕਰਨ ਦੀ ਲੋੜ ਹੈ, ਜਿਹਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਬਹੁਤ ਵੱਡੀ ਭੂਮਿਕਾ ਹੋ ਸਕਦੀ ਹੈ। ਅਸਲ 'ਚ ਰਾਜਨੀਤਿਕ ਪਾਰਟੀਆਂ ਆਪਣੀ ਭੂਮਿਕਾ ਨਿਭਾਉਣ ਤੋਂ ਖੁੰਝ ਰਹੀਆਂ ਹਨ। ਉਹਨਾਂ ਨੂੰ ਜ਼ਿਆਦਾ ਬੋਲਣਾ ਚਾਹੀਦਾ ਹੈ, ਆਵਾਜ਼ ਚੁੱਕਣੀ ਚਾਹੀਦੀ ਹੈ ਇਹਨਾਂ ਦੇ ਖਿਲਾਫ। ਇੱਕ ਦੂਸਰੇ ਤੇ ਦੂਸ਼ਣ ਦੇਣਾ ਇੱਕ ਵੱਖਰਾ ਵਿਸ਼ਾ ਹੈ ਰਾਜਨੀਤਿਕ ਪਾਰਟੀਆਂ ਦਾ। ਪਰ ਰਾਜਸੀ ਪਾਰਟੀਆਂ ਦੀ ਤਾਂ ਸਰਪ੍ਰਸਤੀ ਰਹਿੰਦੀ ਹੈ ਇਹੋ ਜਿਹੀਆਂ ਫੋਰਸਸ ਨੂੰ ਜੀ। ਬਸ ਫਿਰ ਇਹੀ ਤੇ ਦੁੱਖ ਹੈ ਨਾ। ਅਗਰ ਲੋਕਾਂ ਦਾ ਪ੍ਰੈਸ਼ਰ ਹੋਏ, ਦਬਾਅ ਹੋਏ, ਲੋਕ ਉਹਨਾਂ ਰਾਜਨੀਤਿਕ ਪਾਰਟੀਆਂ ਤੋਂ ਦੂਰ ਹੋਣ, ਉਹਨਾਂ ਦੇ ਖਿਲਾਫ ਬੋਲਣ, ਫਿਰ ਆਪੇ ਰਾਜਨੀਤਿਕ ਪਾਰਟੀਆਂ ਹਟਣਗੀਆਂ। ਉਹ ਵਰਤਦੀਆਂ ਨੇ ਐਸੀਆਂ ਫੋਰਸਿਸ ਨੂੰ। ਆਪਾਂ ਦੇਖਿਆ ਹੀ ਹੈ ਪੰਜਾਬ 'ਚ, ਹੁਣ ਵੀ ਦੇਖ ਰਹੇ। ਮੈਂ ਕਿਸੇ ਰਾਜਨੀਤਿਕ ਪਾਰਟੀ ਵਿਸ਼ੇਸ਼ ਕੋਈ ਇਸ ਫੋਰਮ ਦੇ ਨਾਮ ਨਹੀਂ ਲੈਣਾ ਚਾਹੁੰਦਾ, ਤੇ ਪਰ ਆਪਾਂ ਨੂੰ ਪਤਾ ਹੀ ਹੈ, ਸਭ ਨੂੰ ਪਤਾ ਕਿ ਯਾਨੀ ਕੀ ਹੋ ਰਿਹਾ, ਸਾਰੇ ਮੁਲਕ 'ਚ ਕੀ ਹੋ ਰਿਹਾ, ਆਪਾਂ ਸਭ ਨੂੰ ਪਤਾ। ਇਸ ਲਈ ਮਾਹੌਲ ਨੂੰ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਲਈ ਜਥੇਬੰਦੀਆਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ, ਲੋਕਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਕਿ ਹਥਿਆਰ ਲਿਆਣੇ ਬੰਦ ਕਰੋ। ਹਥਿਆਰ, ਇੱਕ ਸਿਵਿਲੀਅਨ ਕੋਲ ਹਥਿਆਰ ਵੈਸੇ ਹੀ ਨਹੀਂ ਹੋਣਾ ਚਾਹੀਦਾ। ਮੈਂ ਤੇ ਇਸ ਗੱਲ ਤੇ ਵੀ ਖੜਾ, ਸਾਡੀ ਸੰਸਥਾ ਦੀ ਇਹ ਮੰਗ, ਸਿਵਿਲੀਅਨ ਕੋਲ ਹਥਿਆਰ ਡਿਫੈਂਸ ਲਈ ਨਹੀਂ, ਅਲਟੀਮੇਟਲੀ ਉਹ ਜ਼ਿਆਦਾਤਰ ਲੋਕਾਂ ਕੋਲ ਜੋ ਧੌਂਸ ਦਿਖਾਉਣ ਲਈ ਹੁੰਦਾ। ਆਪਾਂ ਦੇਖਦੇ ਹੀ ਹਾਂ ਉਹ ਕਿਵੇਂ ਹਥਿਆਰ ਲੈ ਕੇ ਫਿਰਦੇ ਨੇ ਦੰਦ ਦਨਾਉਂਦੇ ਹੋਏ। ਹਥਿਆਰ ਸਿਕਿਉਰਿਟੀ ਏਜੰਸੀਜ਼ ਕੋਲ ਹੋਏ ਤੇ ਸਿਕਿਉਰਿਟੀ ਏਜੰਸੀਜ਼ ਦੀ ਪ੍ਰੋਪਰ ਸੈਂਸਿਟਾਈਜੇਸ਼ਨ ਹੋਵੇ ਕਿ ਇਹਨੂੰ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨੀ ਹੈ। ਸੋ ਇਹ ਕਿ ਵੱਡਾ ਕੰਮ ਹੈ ਬਹੁਤ, ਇਹਦੇ ਬਹੁਮੁਖੀ ਕੰਮ ਨੇ ਇਹਦੇ ਵਿੱਚ, ਪਰ ਸਾਰੇ ਕੰਮ ਨੂੰ ਨਿਭਾਇਆ ਜਾ ਸਕਦਾ ਹੈ, ਇੰਨੀ ਕੋਈ ਅਸੰਭਵ ਗੱਲ ਨਹੀਂ ਹੈ।
ਡਾਕਟਰ ਸਾਹਿਬ ਆਪਣੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੋ ਗਿਆ, ਜੇ ਕੋਈ ਤੁਸੀਂ ਆਖਰੀ ਟਿੱਪਣੀ ਕਰਨੀ ਹੋਵੇ। ਮੇਰੀ ਤੇ ਇਹੀ ਗੱਲ ਹੈ ਕਿ ਲੋਕ ਇਸ ਵਿਸ਼ੇ ਤੇ ਚਿੰਤਨ ਕਰਨ ਅਤੇ ਇਸ ਵਿਸ਼ੇ ਤੇ ਅੱਗੇ ਆ ਕੇ ਉਹਨਾਂ ਸੰਸਥਾਵਾਂ ਨਾਲ ਸਹਿਯੋਗ ਕਰਨ ਜੋ ਹਥਿਆਰਾਂ ਤੇ ਪਾਬੰਦੀ ਲਾਉਣ ਦੀ ਗੱਲ ਕਰਦੀਆਂ ਹਨ, ਜੋ ਪਰਮਾਣੂ ਹਥਿਆਰਾਂ ਦੀ ਸਮਾਪਤੀ ਦੀ ਗੱਲ ਕਰਦੀਆਂ ਹਨ, ਜੋ ਸਦਭਾਵਨਾ ਦੀ ਗੱਲ ਕਰਦੀਆਂ ਹਨ, ਜੋ ਹਿੰਸਾ ਦੇ ਵਿਰੁੱਧ ਗੱਲ ਕਰਦੀਆਂ ਹਨ। ਤਾਂ ਹੀ ਜੋ ਹੈ ਸਮਾਜ ਨੂੰ ਅਸੀਂ ਅੱਗੇ ਲਿਜਾ ਸਕਾਂਗੇ, ਤਾਂ ਹੀ ਲੋਕਾਂ ਦੇ ਰਾਹੀਂ ਹੀ ਰਾਜਸੀ ਪਾਰਟੀਆਂ ਤੇ ਵੀ ਦਬਾਅ ਵਧੇਗਾ ਤੇ ਕੌਮੀ ਦਬਾਅ ਫਿਰ ਅਖੀਰ ਜਾ ਕੇ ਕੌਮਾਂਤਰੀ ਕੰਪਨੀਆਂ ਤੇ ਵੀ ਪਏਗਾ। ਤੇ ਆਪਣੇ ਗੁਆਂਢੀ ਮੁਲਕਾਂ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰਕੇ, ਇਹ ਮੈਂ ਕੋਈ ਕਾਲਪਨਿਕ ਗੱਲਾਂ ਨਹੀਂ ਕਰ ਰਿਹਾ, ਸਭ ਕੁਝ ਹੁੰਦਾ ਹੀ ਆਇਆ ਦੁਨੀਆ 'ਚ। ਇੱਕ ਸਾਨੂੰ ਇੱਕ ਹਾਂ ਪੱਕੀ ਸੋਚ ਰੱਖਣੀ ਚਾਹੀਦੀ ਹੈ, ਅਗਰ ਉਹ ਰੱਖਾਂਗੇ ਤਾਂ ਹੀ ਅਸੀਂ ਅੱਗੇ ਵੱਧ ਸਕਾਂਗੇ। ਦੋਸਤੋ, ਸਾਡੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੋ ਰਿਹਾ। ਜਿਹੜੇ ਤੁਸੀਂ ਦੋਸਤ ਸਾਡੇ ਨਾਲ ਜੁੜੇ, ਜੇ ਤੁਹਾਨੂੰ ਦੋਸਤੋ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਔਰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।